ਪਿਆਰੇ ਵਿਦਿਆਰਥੀਓ, ई स्कूल क्विज ਤੁਹਾਡਾ ਸਵਾਗਤ ਕਰਦੀ ਹੈ। ਅੱਜ ਅਸੀਂ ਪੜਾਂਗੇ ਜਮਾਤ 9ਵੀਂ ਦੇ ਪਾਠ 5 MS ਐਕਸੈਸ ਨਾਲ ਜਾਣ ਪਛਾਣ। MS ਐਕਸੈਸ, MS ਦਾ ਮਤਲਬ ਜਿਵੇਂ ਕਿ ਵਿਦਿਆਰਥੀਓ ਤੁਸੀਂ ਆਪਣੀਆਂ ਪਿਛਲੀਆਂ ਕਲਾਸਾਂ ਦੇ ਵਿੱਚ MS ਦੇ ਬਾਰੇ ਜਾਣਿਆ ਹੋਏਗਾ। MS ਐਕਸਲ, MS ਵਰਡ, MS ਪਾਵਰ ਪੁਆਇੰਟ, ਠੀਕ ਹੈ ਜੀ। ਉਸੇ ਤਰੀਕੇ ਦੇ ਨਾਲ MS ਐਕਸੈਸ ਵੀ ਇੱਕ ਮਾਈਕਰੋਸੌਫਟ ਪੈਕੇਜ ਦਾ ਭਾਗ ਹੈ, ਸੌਫਟਵੇਅਰ ਹੈ। MS ਐਕਸੈਸ ਦਾ ਮਤਲਬ ਮਾਈਕਰੋਸੌਫਟ ਐਕਸੈਸ। ਹੁਣ ਇੱਥੇ ਸਾਡੇ ਮਨ ਦੇ ਵਿੱਚ ਇਹ ਸਵਾਲ ਆਉਂਦਾ ਹੈ ਵੀ MS ਐਕਸੈਸ ਹੈ ਕੀ ਹੈ। ਉਸ ਦੇ ਬਾਰੇ ਅੱਜ ਮੈਂ ਤੁਹਾਨੂੰ ਸਮਝਾਵਾਂਗਾ। ਜਿਵੇਂ ਕਿ ਪਾਰਟ 4 ਦੇ ਵਿੱਚ ਅਸੀਂ ਪੜ੍ਹਿਆ ਸੀਗਾ RDBMS, DBMS ਡਾਟਾਬੇਸ ਮੈਨੇਜਮੈਂਟ ਸਿਸਟਮ। ਮਤਲਬ ਜਿਵੇਂ ਕਿ ਅਸੀਂ ਐਕਸਲ ਦੇ ਵਿੱਚ ਡਾਟਾ ਭਰਦੇ ਹਾਂ, ਟੇਬਲ ਦੇ ਵਿੱਚ ਡਾਟਾ ਭਰਦੇ ਹਾਂ। ਟੇਬਲ ਕੀ ਹੈ? ਰੋ ਅਤੇ ਕਾਲਮ ਨੂੰ ਮਿਲਾ ਕੇ ਟੇਬਲ ਬਣਦਾ ਹੈ, ਅਤੇ ਇੱਕ ਰੋ ਦੇ ਵਿੱਚ ਕਿਸੇ ਇੱਕ ਵਿਸ਼ੇ ਨਾਲ ਸੰਬੰਧਿਤ ਡਾਟੇ ਨੂੰ ਇੱਕ ਰੋ ਕਿਹਾ ਜਾਂਦਾ ਹੈ। ਉਸੇ ਤਰੀਕੇ ਨਾਲ ਵਿਦਿਆਰਥੀਓ, ਡਾਟਾਬੇਸ ਨੂੰ ਸੰਭਾਲਣ ਦੇ ਲਈ ਵੀ ਸਾਨੂੰ ਕਈ ਪ੍ਰਕਾਰ ਦੇ ਸੌਫਟਵੇਅਰ ਦੀ ਲੋੜ ਪੈਂਦੀ ਹੈ, ਜਿਵੇਂ ਕਿ ਓਰੈਕਲ ਹੈ, ਹੋਰ ਬਹੁਤ ਸਾਰੇ ਸੌਫਟਵੇਅਰ ਹੈ, ਜਿਨ੍ਹਾਂ ਵਿੱਚੋਂ ਮਾਈਕਰੋਸੌਫਟ MS ਐਕਸੈਸ ਵੀ ਇੱਕ ਵਧੀਆ ਸੌਫਟਵੇਅਰ ਮੰਨਿਆ ਜਾਂਦਾ ਹੈ। ਆਓ ਅੱਜ ਅਸੀਂ ਪਾਰਟ 5 ਦੇ ਵਿੱਚ ਮਾਈਕਰੋਸੌਫਟ ਐਕਸੈਸ ਦੇ ਕੰਪੋਨੈਂਟ ਦੇ ਬਾਰੇ ਜਾਣਕਾਰੀ ਲਈਏ। ਪਹਿਲਾ ਪ੍ਰਸ਼ਨ ਹੈ, MS ਐਕਸੈਸ ਦੇ ਕੰਪੋਨੈਂਟ ਯਾਨੀ ਕਿ ਭਾਗਾਂ ਦੇ ਨਾਮ ਦੱਸੋ। ਭਾਗ ਯਾਨੀ ਕਿ ਉਸ ਸੌਫਟਵੇਅਰ ਦੇ ਵਿੱਚ ਵਰਤੇ ਜਾਣ ਵਾਲੇ ਭਾਗ ਕਿਹੜੇ-ਕਿਹੜੇ ਹਨ, ਉਹਨਾਂ ਨੂੰ ਕਿਵੇਂ ਯੂਜ਼ ਕੀਤਾ ਜਾਂਦਾ ਹੈ, ਉਸ ਦੇ ਬਾਰੇ ਆਪਾਂ ਅੱਜ ਜਾਣਕਾਰੀ ਲਵਾਂਗੇ। ਪਹਿਲਾ ਆ ਗਿਆ ਹੈ MS ਐਕਸੈਸ ਦੇ ਕੰਪੋਨੈਂਟ ਯਾਨੀ ਕਿ ਭਾਗਾਂ ਦੇ ਨਾਮ ਹੇਠ ਲਿਖੇ ਅਨੁਸਾਰ ਹੈ। ਇਸ ਦਾ ਪਹਿਲਾ, ਪਿਆਰੇ ਬੱਚਿਓ, ਇਸ ਦਾ ਪਹਿਲਾ ਕੰਪੋਨੈਂਟ ਹੈ ਟੇਬਲ। ਟੇਬਲ ਅਸੀਂ ਪਿੱਛੇ ਵੀ ਪੜ੍ਹ ਕੇ ਆ ਚੁੱਕੇ ਹਾਂ ਕਿ ਟੇਬਲ ਕੀ ਹੈ। ਟੇਬਲ ਰੋ ਅਤੇ ਕਾਲਮ ਨੂੰ ਮਿਲਾ ਕੇ ਬਣਦਾ ਹੈ। ਇਸ ਦੇ ਵਿੱਚ ਅਸੀਂ ਇੱਕ ਰੋ ਦੇ ਵਿੱਚ ਇੱਕ ਵਿਸ਼ੇ ਨਾਲ ਸੰਬੰਧਿਤ ਡਾਟਾ ਨੂੰ ਸੇਵ ਕਰਦੇ ਹਾਂ, ਜਿਵੇਂ ਕਿ ਵਿਦਿਆਰਥੀ ਦਾ ਨਾਮ, ਰੋਲ ਨੰਬਰ, ਉਸਦਾ ਸਬਜੈਕਟ ਦੇ ਮਾਰਕਸ, ਟੋਟਲ, ਪਰਸੈਂਟੇਜ ਆਦਿ। ਯਾਨੀ ਕਿ ਟੇਬਲ ਕੀ ਹੈ? ਡਾਟਾ ਨੂੰ ਸਟੋਰ ਕਰਨ ਦੇ ਲਈ ਅਸੀਂ ਟੇਬਲ ਦੀ ਵਰਤੋਂ ਕਰਦੇ ਹਾਂ। ਹੁਣ ਇੱਥੇ ਸਵਾਲ ਉੱਠਦਾ ਹੈ ਕਿ ਮਾਈਕਰੋਸੌਫਟ ਐਕਸੈਸ ਦੇ ਵਿੱਚ ਟੇਬਲ ਦੀ ਕੀ ਲੋੜ ਪੈ ਗਈ। ਹੁਣ ਪਿਆਰੇ ਵਿਦਿਆਰਥੀਓ ਦੇਖੋ, ਡਾਟੇ ਨੂੰ ਸੰਭਾਲਣ ਦੇ ਲਈ ਕਿਸੇ ਨਾ ਕਿਸੇ ਬੇਸ ਦੀ ਲੋੜ ਹੈ। ਉਸ ਦੇ ਵਿੱਚ ਟੇਬਲ ਸਾਡਾ ਇੱਕ ਅਹਿਮ ਕੰਪੋਨੈਂਟ ਹੈ ਮਾਈਕਰੋਸੌਫਟ ਐਕਸੈਸ ਦੇ ਵਿੱਚ। ਮਾਈਕਰੋਸੌਫਟ ਐਕਸੈਸ ਜਿਵੇਂ ਕਿ ਅਸੀਂ ਮੰਨ ਲਓ ਅਸੀਂ ਬੈਂਕ ਦੇ ਵਿੱਚ ਜਾ ਰਹੇ ਹਾਂ, ਉਸ ਦੇ ਵਿੱਚ ਆ ਜਾਂਦਾ ਹੈ ਵੀ ਕਸਟਮਰ ਦਾ ਅਕਾਊਂਟ ਨੰਬਰ, ਉਸ ਦਾ ਐਡਰੈਸ, ਮੋਬਾਈਲ ਨੰਬਰ, ਉਹ ਇੱਕ ਨਾ ਕਿਸੇ ਜਗ੍ਹਾ 'ਤੇ ਜਾ ਕੇ ਸਟੋਰ 'ਤੇ ਹੋਏਗਾ ਨਾ, ਉਹਨੂੰ ਆਪਾਂ ਟੇਬਲ ਆਖਦੇ ਹਾਂ। ਹੁਣ ਜਿਵੇਂ ਕਿ ਸਕੂਲਾਂ ਦੀ ਐਗਜ਼ਾਮਪਲ ਲੈ ਲਈਏ, ਸਕੂਲਾਂ ਦੇ ਵਿੱਚ ਅਸੀਂ ਵਿਦਿਆਰਥੀ ਦਾ ਰੋਲ ਨੰਬਰ, ਵਿਦਿਆਰਥੀ ਦਾ ਨਾਮ, ਪਿਤਾ ਦਾ ਨਾਮ, ਮਾਤਾ ਦਾ ਨਾਮ, ਆਧਾਰ ਕਾਰਡ ਨੰਬਰ, ਯਾਨੀ ਕਿ ਜੋ ਵੀ ਡਾਟਾ ਅਸੀਂ ਸਟੋਰ ਕਰਨਾ ਚਾਹੁੰਦੇ ਹਾਂ ਉਹਨੂੰ ਆਪਾਂ ਕਿਸੇ ਨਾ ਕਿਸੇ ਫਾਰਮ ਦੇ ਵਿੱਚ ਸਟੋਰ ਕਰਾਂਗੇ। ਔਰ ਟੇਬਲ ਦੇ ਵਿੱਚ ਸਟੋਰ ਕਰਕੇ ਡਾਟਾ ਬਹੁਤ ਵਧੀਆ ਤਰੀਕੇ ਨਾਲ ਰੱਖਿਆ ਜਾ ਸਕਦਾ ਹੈ, ਉਸ ਨੂੰ ਅਸੈਸ ਵੀ ਕੀਤਾ ਜਾ ਸਕਦਾ ਹੈ। ਦੂਸਰੇ ਨੰਬਰ 'ਤੇ ਮਾਈਕਰੋਸੌਫਟ ਕੰਪੋਨੈਂਟ ਹੈ ਫਾਰਮ। ਫਾਰਮ ਤੋਂ ਕੀ ਭਾਵ ਹੈ? ਫਾਰਮ, ਪਿਆਰੇ ਵਿਦਿਆਰਥੀਓ, ਤੁਸੀਂ ਦੇਖਿਆ ਹੋਏਗਾ ਵੀ ਲੋਕਡਾਊਨ ਦੇ ਸਮੇਂ ਦੇ ਵਿੱਚ ਤੁਹਾਡੇ ਜਿਹੜੇ WhatsApp ਦੇ ਵਿੱਚ ਟੈਸਟ ਆ ਰਹੇ ਹੈ। ਟੈਸਟ ਜਿਵੇਂ ਕਿ ਕੋਈ ਵੀ ਕੰਪਿਊਟਰ ਵਿਸ਼ੇ ਦੇ ਨਾਲ ਕਿਸੇ ਵੀ ਪਾਠ ਦਾ ਟੈਸਟ ਆ ਰਿਹਾ ਹੈ, ਉਸ ਦੇ ਵਿੱਚ ਪਹਿਲਾ ਪ੍ਰਸ਼ਨ ਆਉਂਦਾ ਹੈ ਅਤੇ ਫਿਰ ਉਸ ਦੇ ਆਪਸ਼ਨ ਦਿੱਤੇ ਹੁੰਦੇ ਹਨ। ਤੁਸੀਂ ਉਹਨਾਂ ਵਿੱਚੋਂ ਇੱਕ ਆਪਸ਼ਨ ਸਿਲੈਕਟ ਕਰਕੇ ਸਬਮਿਟ ਕਰਨਾ, ਯਾਨੀ ਕਿ 10 ਕੁਐਸਚਨ ਜਾਂ 20 ਕੁਐਸਚਨ। ਜਿਵੇਂ ਕਿ ICT ਪ੍ਰਵਾਜ ਦਾ ਵੀ ਅੱਜ ਕੱਲ੍ਹ ਬਹੁਤ ਵਧੀਆ ਕੁਐਸਚਨਸ ਆ ਰਹੇ ਹਨ, ਠੀਕ ਹੈ ਜੀ। ਤੁਸੀਂ ਉਹਨਾਂ ਨੂੰ ਔਨਲਾਈਨ ਕਰਦੇ ਹੋ ਅਤੇ ਉਹ ਸਬਮਿਟ ਕਰਦੇ ਹੋ, ਤੁਹਾਡੀ ਭਰੀ ਹੋਈ ਡਿਟੇਲ ਆਟੋਮੈਟਿਕਲੀ ਇੱਕ ਟੇਬਲ ਦੇ ਵਿੱਚ ਜਾ ਕੇ ਸਟੋਰ ਹੋ ਜਾਂਦੀ ਹੈ। ਯਾਨੀ ਕਿ ਫਾਰਮ ਇੱਕ ਸਾਨੂੰ ਫਰੰਟ ਐਂਡ, ਯਾਨੀ ਕਿ ਸਾਡੇ ਫਰੰਟ ਐਂਡ ਦਾ ਕੰਮ ਕਰਦਾ ਹੈ। ਤੀਸਰੇ ਨੰਬਰ 'ਤੇ ਆ ਗਈ ਰਿਪੋਰਟ। ਰਿਪੋਰਟ ਕੀ ਚੀਜ਼ ਹੈ?
ਜਿਵੇਂ ਕਿ ਤੁਹਾਡਾ ਡਾਟਾ ਸਬਮਿਟ ਹੋ ਗਿਆ, ਤੁਸੀਂ ਆਨਲਾਈਨ ਟੈਸਟ ਦੇ ਕੇ ਸਬਮਿਟ ਕਰ ਦਿੱਤਾ, ਫਿਰ ਉਸ ਦੀ ਰਿਪੋਰਟ ਬਣਦੀ ਹੈ। ਮਾਈਕਰੋਸਾਫਟ ਐਕਸੈਸ ਇੱਕ ਇਹੋ ਜਿਹਾ ਸੌਫਟਵੇਅਰ ਹੈ ਜਿਹੜਾ ਸਾਨੂੰ ਆਟੋਮੈਟਿਕਲੀ ਰਿਪੋਰਟ ਵੀ ਤਿਆਰ ਕਰਕੇ ਦਿੰਦਾ ਹੈ। ਜਿਵੇਂ ਕਿ ਮੰਨ ਲਓ ਤੁਸੀਂ ਕਿਸੇ ਸਕੂਲ ਦਾ ਫਾਰਮ ਭਰਿਆ ਹੈ ਅਸੀਂ ਐਡਮਿਸ਼ਨ ਲੈਣ ਦਾ, ਅਤੇ ਜੇ ਉਹ ਫਾਰਮ ਦੇ ਨਾਲ ਰਿਪੋਰਟ ਦਾ ਲਿੰਕ ਲੱਗਿਆ ਹੋਇਆ ਹੈ ਤੇ ਤੁਹਾਡੀ ਰਿਪੋਰਟ ਆਟੋਮੈਟਿਕਲੀ ਜਨਰੇਟ ਹੋ ਜਾਂਦੀ ਹੈ। ਜਿਵੇਂ ਕਿ ਤੁਸੀਂ ਕੋਈ ਆਨਲਾਈਨ ਤੁਹਾਨੂੰ ਸਰਟੀਫਿਕੇਟ ਵੀ ਆਏ ਹੋਣਗੇ, ਜਿਵੇਂ ਕਿ ਸਾਡੀ ਸਕੂਲ ਕੁਇਜ਼ ਦੁਆਰਾ ਤੁਹਾਨੂੰ ਸਰਟੀਫਿਕੇਟ ਵੰਡੇ ਗਏ ਹੈ। ਉਹ ਸਰਟੀਫਿਕੇਟ ਅਸੀਂ ਇੱਕ ਰਿਪੋਰਟ ਦੇ ਨਾਲ ਲਿੰਕ ਲਗਾਏ ਹੁੰਦੇ ਹਨ, ਜਾਂ ਉਹਦੇ ਨਾਲ ਕੀ ਹੈ ਵੀ ਤੁਸੀਂ ਡਾਟਾ ਭਰਦੇ ਹੋ, ਉਹ ਡਾਟਾ ਆਟੋਮੈਟਿਕਲੀ ਟੇਬਲ ਦੇ ਵਿੱਚ ਜਾ ਕੇ ਸਟੋਰ ਹੁੰਦਾ ਹੈ, ਅਤੇ ਟੇਬਲ ਦੇ ਨਾਲ ਅਸੀਂ ਰਿਪੋਰਟ ਨੂੰ ਲਿੰਕ ਲਗਾ ਕੇ ਇਕੱਲੇ ਵਿਦਿਆਰਥੀ ਦਾ ਕਿਸੇ ਵੀ ਤਰੀਕੇ ਦਾ ਫਾਰਮੈਟ ਦੇ ਨਾਲ ਤਿਆਰ ਕਰ ਸਕਦੇ ਹਾਂ ਰਿਪੋਰਟ। ਚੌਥਾ ਭਾਗ ਆ ਗਿਆ ਹੈ ਕਿਊਰੀ। ਕਿਊਰੀ ਕੀ ਚੀਜ਼ ਹੈ? ਕਿਊਰੀ ਤੋਂ ਭਾਵ, ਮੰਨ ਲਓ ਅਸੀਂ ਇੱਕ ਟੇਬਲ ਤਿਆਰ ਕੀਤਾ ਜਿਸ ਦੇ ਵਿੱਚ ਵਿਦਿਆਰਥੀ ਦਾ ਨਾਮ ਵੀ ਹੈਗਾ, ਵਿਦਿਆਰਥੀ ਦਾ ਰੋਲ ਨੰਬਰ, ਫਾਦਰ ਨੇਮ, ਮਦਰ ਨੇਮ, ਉਸ ਦੇ ਵੱਖ-ਵੱਖ ਵਿਸ਼ਿਆਂ ਦੇ ਅੰਕ, ਉਸ ਦਾ ਟੋਟਲ ਨੰਬਰ ਕਿੰਨਾ, ਪਰਸੈਂਟੇਜ ਕਿੰਨੀ ਹੈ, ਮੋਬਾਈਲ ਨੰਬਰ ਕਿੰਨਾ ਹੈ। ਹੁਣ ਉਹ ਟੇਬਲ ਦੇ ਵਿੱਚੋਂ ਸਾਨੂੰ ਕੋਈ ਵਿਸ਼ੇਸ਼ ਜਾਣਕਾਰੀ ਚਾਹੀਦੀ ਹੈ, ਜਿਵੇਂ ਕਿ ਵਿਦਿਆਰਥੀ ਦਾ ਨਾਮ ਚਾਹੀਦਾ ਹੈ, ਉਸ ਦਾ ਆਧਾਰ ਕਾਰਡ ਚਾਹੀਦਾ ਹੈ ਅਤੇ ਉਸ ਦੇ ਟੋਟਲ ਮਾਰਕਸ ਚਾਹੀਦੇ ਹਨ। ਹੁਣ ਜਿਹੜਾ ਪਹਿਲਾ ਟੇਬਲ ਹੈ ਉਸ ਦੇ ਵਿੱਚ ਤੇ 7, 8 ਜਾਂ 10, 12 ਕੋਲਮ ਹੈਗੇ ਹੈ, ਠੀਕ ਹੈ ਜੀ। ਕਿਊਰੀ ਲਗਾ ਕੇ ਅਸੀਂ ਆਪਣੇ ਡਾਟਾਬੇਸ ਦੇ ਵਿੱਚੋਂ ਜਿਹੜੀ ਇਨਫੋਰਮੇਸ਼ਨ ਦੀ ਲੋੜ ਹੈ ਉਸ ਨੂੰ ਅਸੀਂ ਬਹੁਤ ਆਸਾਨੀ ਦੇ ਨਾਲ ਪ੍ਰਾਪਤ ਕਰ ਸਕਾਂਗੇ। ਇਸ ਦੇ ਬਾਰੇ ਹੀ ਅੱਗੇ ਜਾ ਕੇ ਸਿੱਖਾਂਗੇ, ਸਿਰਫ ਅਸੀਂ ਹੁਣ ਜਾਣ ਰਹੇ ਹਾਂ ਕਿ ਕਿਊਰੀ ਕੀ ਚੀਜ਼ ਹੈ। ਅੱਗੇ ਆ ਗਿਆ ਪੰਜਵਾਂ ਕੰਪੋਨੈਂਟ ਹੈ ਮੈਕਰੋ। ਮੈਕਰੋ ਤੋਂ ਕੀ ਭਾਵ ਹੈ? ਵਾਟ ਇਜ਼ ਦਾ ਮੈਕਰੋ? ਮੈਕਰੋ ਵਿਦਿਆਰਥੀਓ ਅਸੀਂ MS ਐਕਸਲ ਦੇ ਵਿੱਚ ਵੀ ਸਿੱਖਿਆ ਸੀਗਾ। ਮੈਕਰੋ ਸਾਡੇ ਦੁਆਰਾ ਦਿੱਤੀਆਂ ਹੋਈਆਂ ਕਮਾਂਡਾਂ ਨੂੰ ਸਟੋਰ ਕਰ ਸਕਦਾ ਹੈ, ਅਤੇ ਜੇ ਅਸੀਂ ਇੱਕ ਹੀ ਕੰਮ ਨੂੰ ਬਾਰ-ਬਾਰ ਦੁਹਰਾ ਰਹੇ ਹਾਂ ਤੇ ਉਸ ਦੇ ਵਿੱਚ ਸਾਡੇ ਲਈ ਮੈਕਰੋ ਬਹੁਤ ਹੀ ਮਹੱਤਵਪੂਰਨ ਸਾਬਿਤ ਹੋ ਸਕਦਾ ਹੈ। ਇਸ ਦੇ ਬਾਰੇ ਆਪਾਂ ਬਹੁਤ ਗਹਿਨ ਤਰੀਕੇ ਨਾਲ ਪੜ੍ਹਾਂਗੇ ਅੱਗੇ ਜਾ ਕੇ। ਅੱਗੇ ਆ ਗਿਆ ਵਿਦਿਆਰਥੀਓ ਮੋਡਿਊਲ। ਮੋਡਿਊਲ ਦੇ ਵਿੱਚ ਅਸੀਂ ਕਿਸੇ ਵੀ ਜਿਹੜੇ 5 ਕੰਪੋਨੈਂਟ ਪੜ੍ਹੇ ਹੈ ਉਹਨਾਂ ਦੇ ਨਾਲ ਆਪਾਂ ਪ੍ਰੋਗਰਾਮਿੰਗ ਕਰਕੇ, ਜਿਵੇਂ ਕਿ ਅਸੀਂ ਅੱਗੇ ਜਾ ਕੇ ਪੜ੍ਹਾਂਗੇ 11ਵੀਂ 12ਵੀਂ ਦੇ ਵਿੱਚ ਪ੍ਰੋਗਰਾਮਿੰਗ ਦੇ ਕਨਸੈਪਟ ਆਉਂਦੇ ਹੈ। ਮੋਡਿਊਲ ਦੇ ਨਾਲ ਅਸੀਂ ਉਹਨਾਂ ਨੂੰ ਕਨਸੈਪਟ ਫਾਰਮ ਦੇ ਵਿੱਚੋਂ ਕੋਈ ਪਰਟੀਕੂਲਰ ਇਨਫੋਰਮੇਸ਼ਨ ਲੈਣ ਦੇ ਲਈ ਅਸੀਂ ਮੋਡਿਊਲ ਯੂਜ਼ ਕਰਦੇ ਹਾਂ। ਉਸ ਦੇ ਵਿੱਚ ਪ੍ਰੋਗਰਾਮਿੰਗ ਦੇ ਨਾਲ ਅਸੀਂ ਐਕਸਟਰਾ ਐਫਰਟਸ ਪੁੱਟ ਕਰਨ ਦੇ ਲਈ ਮੋਡਿਊਲ ਦੀ ਵਰਤੋਂ ਕੀਤੀ ਜਾਂਦੀ ਹੈ। ਅਗਲਾ ਪ੍ਰਸ਼ਨ ਹੈ MS ਐਕਸੈਸ ਵਿੱਚ ਕਿਹੜੇ ਡਾਟਾ ਟਾਈਪਸ ਵਰਤੇ ਜਾਂਦੇ ਹਨ? ਹੁਣ ਇੱਥੇ ਕੁਐਸਚਨ ਆਉਂਦਾ ਹੈ ਡਾਟਾ ਟਾਈਪ। ਡਾਟਾ ਮਤਲਬ ਸਾਡੇ ਵੱਲੋਂ ਭਰੀ ਜਾਣ ਵਾਲੀ ਜਾਣਕਾਰੀ, ਟਾਈਪਸ ਦਾ ਮਤਲਬ ਉਸ ਦੀ ਕਿਸਮ, ਟਾਈਪ ਦਾ ਮਤਲਬ ਕਿਸਮ। ਹੁਣ ਵਿਦਿਆਰਥੀਓ ਡਾਟਾ ਦੀ ਟਾਈਪ ਮਤਲਬ ਜਿੱਦਾਂ ਵਿਦਿਆਰਥੀ ਦਾ ਨਾਮ ਆ ਗਿਆ, ਉਸ ਦੇ ਵਿੱਚ ਮੈਂ ਵਿਦਿਆਰਥੀ ਦਾ ਨਾਮ ਕਿੱਦਾਂ ਲਿਖਾਂਗਾ? 1 2 3 'ਚ ਲਿਖ ਨਹੀਂ ਸਕਦਾ, ਯਾਨੀ ਕਿ ਮੈਂ ਜਾਂ ਤਾਂ ਉਹਨੂੰ ਅਕਸ਼ਰਾਂ ਵਿੱਚ ਲਿਖਾਂਗਾ, ਇੰਗਲਿਸ਼ ਵਿੱਚ ਲਿਖਾਂਗਾ, ਠੀਕ ਹੈ। ਹੁਣ ਦੇਖੋ ਡਾਟਾ ਟਾਈਪ ਵਿੱਚ ਲਿਖੇ ਹੇਠ ਲਿਖੇ ਅਨੁਸਾਰ ਹਨ ਟੈਕਸਟ, ਯਾਨੀ ਕਿ ਜਾਂ ਤਾਂ ਮੈਂ ਡਾਟਾ ਟੈਕਸਟ ਦੇ ਵਿੱਚ ਲਿਖਾਂਗਾ, ਵਿਦਿਆਰਥੀ ਦਾ ਨਾਮ ਜਿਹੜਾ ਹੋਊਗਾ ਉਹ ਟੈਕਸਟ ਦੇ ਵਿੱਚ ਆਊ। ਇਸ ਲਈ ਅਸੀਂ ਜਦੋਂ ਵੀ ਆਪਾਂ ਟੇਬਲ ਤਿਆਰ ਕਰਨਾ ਹੈ ਉਸ ਵੇਲੇ ਅਸੀਂ ਉਸ ਦੀ ਡਾਟਾ ਟਾਈਪ ਜੋ ਸਿਲੈਕਟ ਕਰਨੀ ਹੈ ਉਸ ਨੂੰ ਆਪਾਂ ਟੈਕਸਟ ਦਾ ਨਾਮ ਦੇਣਾ ਹੈ, ਯਾਨੀ ਕਿ ਟੈਕਸਟ ਜਿਹੜੀ ਹੈ, ਕਿਉਂਕਿ ਉਸ ਦੇ ਵਿੱਚ ਆਪਾਂ ਵਿਦਿਆਰਥੀ ਦਾ ਨਾਮ ਭਰਨਾ ਹੈ। ਇੱਕ ਆ ਗਿਆ ਵਿਦਿਆਰਥੀ ਦਾ ਮੋਬਾਈਲ ਨੰਬਰ ਜਾਂ ਵਿਦਿਆਰਥੀ ਦਾ ਰੋਲ ਨੰਬਰ। ਉਸ ਦੇ ਵਿੱਚ ਹੁਣ ਅਸੀਂ ਟੈਕਸਟ ਥੋੜ੍ਹੀ ਲਿਖਾਂਗੇ, ਉਸ ਦੇ ਵਿੱਚ ਸਾਨੂੰ ਟਾਈਪ ਕਰਨ ਦੇ ਲਈ ਨੰਬਰ ਦੀ ਲੋੜ ਪੈਂਦੀ ਹੈ, ਕਿਉਂਕਿ ਵਿਦਿਆਰਥੀ ਦਾ ਰੋਲ ਨੰਬਰ ਤੇ ਨੰਬਰ ਦੇ ਵਿੱਚ ਹੀ ਹੋਊਗਾ, ਹੈ ਨਾ, ਜਾਂ ਮੋਬਾਈਲ ਨੰਬਰ ਆ ਉਹ ਵੀ ਨੰਬਰ ਦੇ ਵਿੱਚ ਹੋਊਗਾ। ਇਸ ਲਈ ਅਸੀਂ ਉਸ ਦੀ ਡਾਟਾ ਟਾਈਪ ਨੰਬਰ ਰੱਖਾਂਗੇ। ਨੈਕਸਟ ਆ ਗਿਆ ਡੇਟ ਐਂਡ ਟਾਈਮ। ਡੇਟ ਐਂਡ ਟਾਈਮ ਮਤਲਬ ਸਪੋਜ਼ ਕਰੋ ਕਿ ਕਿਸੇ ਵਿਦਿਆਰਥੀ ਨੇ ਰੋਲ ਨੰਬਰ ਕੋਈ ਐਡਮਿਸ਼ਨ ਦਾ ਫਾਰਮ ਭਰਿਆ, ਅਸੀਂ ਕਿਸੇ ਟੇਬਲ ਦੇ ਨਾਲ ਕਿਸੇ ਕਾਲਮ ਲਿੰਕ ਲਗਾਤਾ ਡੇਟ ਐਂਡ ਟਾਈਮ ਦੇ ਨਾਲ, ਉਸ ਦੇ ਵਿੱਚ ਜਦੋਂ ਵਿਦਿਆਰਥੀ ਡੇਟ ਐਂਡ ਟਾਈਮ ਭਰੂਗਾ ਆਟੋਮੈਟਿਕਲੀ ਉਸ ਦਾ ਫਾਰਮੈਟ ਆ ਜਾਂਦਾ ਹੈ, ਯੈਸ ਐਂਡ ਨੋ,
ਯੈਸ ਐਂਡ ਨੋ ਇੱਕ ਡਾਟਾ ਟਾਈਪ ਹੈ ਜਿਸ ਦੇ ਵਿੱਚ ਸਿਰਫ ਹਾਂ ਜਾਂ ਨਾ ਦੇ ਵਿੱਚ ਹੀ ਉੱਤਰ ਦੇਣਾ ਹੁੰਦਾ ਹੈ, ਜਿਵੇਂ ਯੈਸ ਐਂਡ ਨੋ। ਉਦਾਹਰਨ ਤੁਹਾਡਾ ਜਿਵੇਂ ਕਿ ਤੁਸੀਂ ਉਦਾਹਰਨ ਲਗਾ ਸਕਦੇ ਹੋ, ਤੁਹਾਡਾ BPL ਕਾਰਡ ਬਣਿਆ ਹੈ ਕਿ ਨਹੀਂ, ਯੈਸ ਐਂਡ ਨੋ। ਠੀਕ ਹੈ ਜੀ। ਉਸ ਤੋਂ ਬਾਅਦ ਨੰਬਰ 5 'ਤੇ ਆ ਗਿਆ ਕਰੰਸੀ। ਕਰੰਸੀ ਦੇ ਵਿੱਚ ਅਸੀਂ ਇੰਡੀਅਨ ਰੁਪੀਜ਼ ਜਾਂ ਡਾਲਰ ਦਾ ਨਿਸ਼ਾਨ ਦੇ ਨਾਲ ਵੀ ਆ ਜਾਂਦੇ ਹੈ ਸਾਈਨ। ਨੈਕਸਟ ਆ ਗਿਆ ਆਟੋ ਨੰਬਰ। ਇਸ ਦੇ ਵਿੱਚ ਜਿਵੇਂ ਕਿ ਵਿਦਿਆਰਥੀ ਦਾ ਲੜੀ ਨੰਬਰ ਆ ਗਿਆ, ਸੀਰੀਅਲ ਨੰਬਰ ਆ ਗਿਆ, ਆਟੋ ਨੰਬਰ ਦੇ ਨਾਲ ਉਹ ਆਟੋਮੈਟਿਕਲੀ ਉਸ ਨੂੰ ਸਿਲੈਕਟ ਕਰ ਲੈਂਦਾ ਹੈ। ਅੱਗੇ ਵਿਦਿਆਰਥੀਓ ਮੀਮੋ, OLE, ਆਬਜੈਕਟ, ਹਾਈਪਰਲਿੰਕ, ਕੈਲਕੂਲੇਟਡ, ਇਹ ਸਾਰੇ MS ਐਕਸੈਸ ਦੇ ਡਾਟਾ ਟਾਈਪ ਜਿਸ ਦੇ ਵਿੱਚ ਵਰਤੇ ਜਾਂਦੇ ਹਨ। ਅਗਲਾ ਪ੍ਰਸ਼ਨ ਆ ਗਿਆ ਹੈ, ਰਿਕਾਰਡ ਤੋਂ ਕੀ ਭਾਵ ਹੈ? ਰਿਕਾਰਡ ਕੀ ਹੈ? ਰਿਕਾਰਡ ਦਾ ਮਤਲਬ ਸਾਡੇ ਵੱਲੋਂ ਸੇਵ ਕੀਤੀ ਹੋਈ ਜਾਣਕਾਰੀ। ਇਹ ਸਟਰਕਚਰ ਵਿੱਚ ਸੰਬੰਧਿਤ ਡਾਟਾ ਦਾ ਸਮੂਹ ਰਿਕਾਰਡ ਅਖਵਾਉਂਦਾ ਹੈ। ਟੇਬਲ ਵਿੱਚ ਇੱਕ ਰਿਕਾਰਡ ਨੂੰ ਟਪਲ ਜਾਂ ਰੋ ਵੀ ਕਿਹਾ ਜਾਂਦਾ ਹੈ, ਯਾਨੀ ਕਿ ਜੇ ਮੈਂ ਕਿਸੇ ਇੱਕ ਵਿਦਿਆਰਥੀ ਦਾ ਡਿਟੇਲ ਸਿਲੈਕਟ ਕਰਾਂ ਤੇ ਉਸ ਨੂੰ ਆਪਾਂ ਟਪਲ ਜਾਂ ਰੋ ਕਹਾਂਗੇ। ਉਦਾਹਰਨ ਲਈ ਇੱਕ ਵਿਦਿਆਰਥੀ ਦੇ ਰਿਕਾਰਡ ਵਿੱਚ ਉਸ ਦਾ ਰੋਲ ਨੰਬਰ, ਨਾਮ, ਪਿਤਾ ਦਾ ਨਾਮ, ਜਮਾਤ ਆਦਿ ਡਾਟਾ ਆਈਟਮ ਹੋ ਸਕਦੀਆਂ ਹਨ। ਠੀਕ ਹੈ ਜੀ। ਰਿਕਾਰਡ ਤੋਂ ਭਾਵ, ਹੁਣ ਵਿਦਿਆਰਥੀਓ ਦੇਖੋ, ਅਸੀਂ ਟੇਬਲ ਤੇ ਬਣਾਏ, ਬਹੁਤ ਸਾਰੇ ਟੇਬਲ ਦੇ ਸਮੂਹ ਨੂੰ ਮਿਲਾ ਕੇ ਇੱਕ ਡਾਟਾਬੇਸ ਬਣਦਾ ਹੈ। ਹੁਣ ਇੱਕ ਟੇਬਲ ਕੀ ਹੈ? ਬਹੁਤ ਸਾਰੀਆਂ ਰੋ ਜਾਂ ਟਪਲ, the collection of multiple tuples and row is known as the table, and the collection of the multiple table is known as the database। ਬਹੁਤ ਸਾਰੇ ਰੋ ਅਤੇ ਕਾਲਮ ਨੂੰ ਮਿਲਾ ਕੇ ਰੋ ਬਣਦੀ, ਬਹੁਤ ਸਾਰੇ ਰੋ ਅਤੇ ਕਾਲਮ ਨੂੰ ਮਿਲਾ ਕੇ ਟੇਬਲ ਬਣਦਾ ਹੈ, ਅਤੇ ਦੋ ਜਾਂ ਦੋ ਤੋਂ ਵੱਧ ਟੇਬਲਾਂ ਨੂੰ ਮਿਲਾ ਕੇ ਅਸੀਂ ਡਾਟਾਬੇਸ ਬਣਾ ਸਕਦੇ ਹਾਂ। ਹੁਣ ਇਸ ਦੇ ਆਉਂਦਾ ਹੈ ਟੇਬਲ ਕੀ ਹੁੰਦਾ ਹੈ। ਟੇਬਲ ਬਣਾਉਣ ਦੇ ਵੱਖ-ਵੱਖ ਤਰੀਕੇ ਦੱਸੋ। ਇਹ ਤੇ ਅਸੀਂ MS ਵਰਡ ਦੇ ਵਿੱਚ ਵੀ ਜਾਣ ਚੁੱਕੇ ਹਾਂ 8ਵੀਂ ਦੇ ਵਿੱਚ। ਟੇਬਲ ਡਾਟਾਬੇਸ ਦਾ ਇੱਕ ਮੁੱਖ ਅੰਗ ਹੁੰਦਾ ਹੈ। ਇਸ ਦੀ ਵਰਤੋਂ ਡਾਟਾ ਨੂੰ ਸਟੋਰ ਕਰਨ ਲਈ ਕੀਤੀ ਜਾਂਦੀ ਹੈ। ਟੇਬਲ ਵਿੱਚ ਰੋ ਹੁੰਦੀਆਂ ਹਨ ਜਿਨ੍ਹਾਂ ਨੂੰ ਰਿਕਾਰਡ ਕਿਹਾ ਜਾਂਦਾ ਹੈ। ਇੱਕ ਡਾਟਾਬੇਸ ਵਿੱਚ ਇੱਕ ਤੋਂ ਵੱਧ ਟੇਬਲ ਹੋ ਸਕਦੇ ਹਨ। ਐਕਸੈਸ ਵਿੱਚ ਟੇਬਲ ਕਈ ਤਰੀਕਿਆਂ ਨਾਲ ਵਰਤਿਆ ਜਾ ਸਕਦਾ ਹੈ। ਟੇਬਲ ਬਣਾਉਣ ਦੇ ਤਰੀਕੇ ਹੇਠ ਲਿਖੇ ਅਨੁਸਾਰ ਹਨ। ਨੰਬਰ 1 'ਤੇ ਆ ਗਿਆ ਡਾਟਾ ਸ਼ੀਟ ਵਿਊ ਰਾਹੀਂ ਟੇਬਲ ਬਣਾਉਣਾ, ਡਿਜ਼ਾਈਨ ਵਿਊ ਰਾਹੀਂ ਟੇਬਲ ਬਣਾਉਣਾ। ਆਸ ਕਰਦਾ ਹਾਂ ਵਿਦਿਆਰਥੀਓ ਤੁਹਾਨੂੰ ਮੇਰੇ ਵੱਲੋਂ ਦਿੱਤੀ ਹੋਈ ਜਾਣਕਾਰੀ ਸਮਝ ਵੀ ਆਈ ਹੋਏਗੀ ਅਤੇ ਚੰਗੀ ਵੀ ਲੱਗੀ ਹੋਏਗੀ। ਅਗਲੇ ਆਉਣ ਵਾਲੀ ਵੀਡੀਓ ਦੇ ਵਿੱਚ ਅਸੀਂ ਟੇਬਲ ਨੂੰ ਕਿਵੇਂ ਬਣਾਇਆ ਜਾਂਦਾ ਹੈ, ਟੇਬਲ ਨੇ ਬਣਾਉਣ ਦੇ ਅਲੱਗ-ਅਲੱਗ ਤਰੀਕੇ ਕਿਵੇਂ ਹੈ, ਉਸ ਦੇ ਬਾਰੇ ਜਾਣਕਾਰੀ ਲਵਾਂਗੇ।